अस्सलाम वालेकुम। तुसी वेख रहे हो डेली टॉप 2 तो मैं तुहाडा मेज़बान मनाज़र अली। जिस तरह तुसी जानते हो ज़ुहैब असलम, फैसल ते रज़वान असलम असी जा रहे हैं दरिया चनाब ते और यह वीडियो साड़ी बड़ी मज़ेदार बनेगी। तुसी एंड तक वेखनी है और चलो फिर चलने दरिया चनाब। चलो जिस तरह कि ਅਸੀਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਦਰਿਆ ਚਨਾਬ ਤੇ ਜਾ ਰਹੇ ਹਾਂ। ਬਿਲ ਆਖਰ ਅਸੀਂ ਦਰਿਆ ਚਨਾਬ ਤੇ ਪਹੁੰਚ ਗਏ ਹਾਂ। ਤੁਸੀਂ ਸ਼ਾਰਟਸ ਵੀ ਵੇਖੇ ਨੇ ਔਰ ਇਸ ਵਕਤ ਅਸੀਂ ਦਰਿਆ ਚਨਾਬ ਦੇ ਪਾਣੀ ਵਿੱਚ ਹਾਂ ਔਰ ਅੱਜ ਤੁਹਾਨੂੰ ਇੱਕ ਨਵੇਂ ਬੰਦੇ ਨਾਲ ਵੀ ਮੁਤਾਰਫ ਕਰਾਵਾਂਗੇ। ਸਮੀਉल्ला ਸਾਹਿਬ ਸਾਡੇ ਸਮਝੋ ਕਿ ਇਸ ਬੇੜੀ ਦੇ ਇਸ ਕਸ਼ਤੀ ਦੇ ਮੇਜ਼ਬਾਨ ਨੇ ਤੇ ज़ुहैब ਸਾਹਿਬ ਵੀ ਇੰਜੋਏ ਕਰ ਰਹੇ ਨੇ ਔਰ ਪਿੱਛੇ ਫੈਸਲ ਸਾਹਿਬ ਨੇ ਤੇ ਨਜ਼ਰ ਨਹੀਂ ਆ ਰਿਹਾ ਰਜ਼ਵਾਨ। कैसा लग रहा है जी? माइक किहदे हत्थ च अपने कोल? अच्छा तुहाडे कोल। कैसा फील कर रहे हो? चंगा ही फील कर रहे हैं। अच्छा डर तो नहीं लग रहा? ना जी बिल्कुल नहीं डर लग रहा। ना बिल्कुल। यह जनाब दरिया चनाब है, पंजाब की धरती है और सब तो अच्छा और खूबसूरत दरिया है। समीउल्ला साहब कैसा लग रहा है तुहानू? बहुत अच्छा लग रहा है। अच्छा साडे YouTube चैनल ते आके तुहानू कैसा लग रहा है? बहुत अच्छा एंजॉय कर रहे हैं। अच्छा साडे कपड़े खराब कर रहे हैं बंदा। चलो कोई बात नहीं हो तेरा ताजा ये दुनिया जो है। हेलो पंजाबी हला पंजाबी पंजाबी च गल करो। पंजाब है ना तो पंजाबी च गल करांगे। मुड़ केड़ी टेंशन है पंजाब। अच्छा समीउल्ला साहब काफी एक्साइटेड। लो जी बेड़ी तो असी लै गए हाँ। पंजाबी जिन्होंने बेड़ी कहते हैं, वैसे कश्ती आम लोगों जिन्हें समझ नहीं आएगी। असी उन्होंने कहा कि तुसी सवारियां अपनी उतारो उस पासे ते असी ज़रा जड़ा दरिया के अंदर बेला है वो सैर करने यह स्पैशल ऑफर की समूला साहब ने ऐसा विखाणगे कि बेले दे विच की है। तो आओ जी बेला वेखिए फिर। चलो जी चलो जी।
ਇਹ ਬੇਲੇ ਦੇ ਵਿੱਚ ਕੀ ਹੁੰਦਾ ਸਮੀ ਸਾਹਿਬ? ਪਹਿਲੇ ਚ ਜ਼ਿਆਦਾਤਰ ਫਸਲਾਂ ਵੀ ਹਨ ਹੁਣ ਤੇ ਅੱਛਾ ਤੇ ਕਾਫੀ ਹੁਣ ਅੱਛਾ ਜਿਹੜਾ ਨਾ ਕੰਡੀਸ਼ਨ बन गई है बेले दी। अच्छा पहले जो ना निजाम दरम बरम था, अच्छा अब तो फसलें भी हैं। फसलें भी हैं, ज्यादातर फसलें हो रही हैं। अच्छा माल की चुराई कम हो गई है, चराई कम हो गई, यानी बेले वाला जो वो माहौल है अब वो चला गया है। अच्छा ਤੁਹਾਡੀ ਉਰਦੂ ਨੇ ਨਾ ਮੈਨੂੰ ਵੀ ਉਰਦੂ ਤੇ ਲਾ ਦਿੱਤਾ ਜੀ। ਲਓ ਜੀ ਨਾਜ਼ਰੀਨ, ਤੁਹਾਡੇ ਤੋਂ ਅਸੀਂ ਬਾਜ਼ਰਤ ਕਾ ਕਿਉਂਕਿ ਸ਼ੁਗਰ ਮੇਲਾ ਲਾ ਰਹੇ ਆ, ਉਹ ਉਰਦੂ ਪੰਜਾਬੀ ਮਿਕਸ ਹੋ ਗਈ ਹੈ। ਸਮੀ ਸਾਹਿਬ ਉਰਦੂ ਬੋਲਣਾ ਸ਼ੁਰੂ ਕੀਤੀ ਤੇ ਮੇਰੀ ਵੀ ਜਿਹੜੀ ਨਾ ਖੁਦ ਬਖੁਦ ਹੀ ਨਿਕਲ ਗਈ ਹੈ। ਬਹਰਹਾਲ ਕੋਈ ਗੱਲ ਨਹੀਂ, ਇਹ ਸਾਡੇ ਤੋਂ ਅੱਗੇ ਅੱਗੇ ਜਾ ਰਹੇ ਨੇ ਜਨਾਬ। ਤੁਸੀਂ ਜ਼ਿਆਦਾ ਅੱਗੇ ਕਿਉਂ ਜਾ ਰਹੇ ਹੋ? ਐਵੇਂ ਇਹਨਾਂ ਸਪੀਡੂ ਲੱਗਾ। ਸਹੀ ਹੈ ਜੀ, ਬੜਾ ਬੇਲੇ ਦਾ ਮਾਹੌਲ ਸਹੀ ਹੈ। ਇਹ ਬੇਲਾ ਕੀ ਹੁੰਦਾ ਜੀ? ਇਹਨੂੰ ਬੇਲਾ ਕਿਉਂ ਕਹਿੰਦੇ ਨੇ, ਕੋਈ ਹੈ ਅੰਦਾਜ਼ਾ? ਇਹ ਤਾਂ ਬੰਜਰ ਜ਼ਮੀਨ ਹੁੰਦੀਆਂ ਜ਼ਿਆਦਾਤਰ। ਅੱਛਾ, ਮੇਰਾ ਖਿਆਲ ਹੈ ਦਰਿਆ ਦੇ ਜਿਹੜੇ ਪਾਣੀ ਹੁੰਦਾ ਉਹਨਾਂ ਦੋਵਾਂ ਪਾਣੀਆਂ ਦੇ ਦਰਮਿਆਨ ਜਿਹੜੀ ਖਾਲੀ ਜਗ੍ਹਾ ਹੈ, ਆਹੋ ਉਹਨੂੰ ਬੇਲਾ ਕਹਿੰਦੇ ਨੇ। ਬੇਲਾ ਕਿਹਾ ਜਾਂਦਾ ਹੈ ਤਾਂ ਕਿ ਉੱਥੇ ਜਿਹੜੇ ਨੇ ਜਾਨਵਰ ਜਿਹੜੇ ਨੇ ਉਹ ਚਾਰਾ ਸ਼ਾਰਾ ਖਾ ਲੈਣ। ਅੱਛਾ ਰਜ਼ਵਾਨ, ਹੈ ਕੀ ਚੀਜ਼ ਹੈ? ਆਕੇ ਤੇ ਇਹਦੇ ਵਿੱਚੋਂ ਇਸ ਤਰ੍ਹਾਂ ਦਾ ਪਾਣੀ ਜਿਹਾ ਨਿਕਲਦਾ, ਇਹਨੂੰ ਦੁੱਧ ਕਹਿ ਸਕਦੇ ਹਾਂ। ਅੱਛਾ, ਤੇ ਇਹ ਜਾਨਵਰਾਂ ਦੀ ਬਾਦੀ ਵਗੈਰਾ ਜਿਹੜੀ ਹੁੰਦੀ ਉਹਦੇ ਵਾਸਤੇ ਇਹ ਉਹਨਾਂ ਤੇ ਲਾਉਂਦੇ ਨੇ। ਅੱਛਾ, ਅੱਕ ਦਾ ਨਾਂ ਤੁਸੀਂ ਸੁਣਿਆ ਹੋਏਗਾ ਪੰਜਾਬੀ ਅਦਬ ਦੇ ਵਿੱਚ। ਤੇ ਅੱਕ ਜਿਹੜਾ ਨਾ ਉਹ ਇਹ ਅੱਕ ਦਾ ਬੂਟਾ ਹੈ, ਇਹਨੂੰ ਕਹਿੰਦੇ ਨੇ ਲਈ। ਪੰਜਾਬੀ 'ਚ ਇਹਨੂੰ ਲਈ ਕਹਿੰਦੇ ਨੇ। ਵੈਸੇ ਤਾਂ ਲਈ ਕਹਿੰਦੇ ਨੇ ਨਾ ਕਿ ਫਲਾਣੀ ਸ਼ੈ ਸੀ ਉਹਦੇ ਕੋਲ ਲਈ ਸੀ, ਲੇਕਿਨ ਇਹ ਜਿਹੜਾ ਬੂਟਾ ਹੈ, ਮੇਰੇ ਇੱਕ ਪਹਿਲੇ ਵੀਲੌਗ ਵਿੱਚ ਵੀ ਮੈਂ ਵਿਖਾਇਆ ਸੀ। ਲਈ ਜਿਹੜਾ ਇਹਦੇ ਨਾਲ ਟੋਕਰੇ ਵੀ ਬਣਦੇ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬੀ ਕਲਚਰ ਦੇ ਵਿੱਚ। ਇਹਦਾ ਇੱਕ ਮਾਂਝਾ ਵੀ ਤਿਆਰ ਹੁੰਦਾ ਹੈ। ਇਹ ਬਹੁਤ ਸਾਰੇ ਵੈਸੇ ਈਂਧਨ ਵਾਸਤੇ ਇਸਤੇਮਾਲ ਹੋ ਸਕਦਾ, ਲੱਕੜੀਆਂ ਜਲਾਉਣ ਦੇ। ਬੜਾ ਖੂਬਸੂਰਤ ਪੌਦਾ ਹੁੰਦਾ ਹੈ ਲਈ। ਸਰੂ ਦਾ ਬੂਟਾ ਤੇ ਲਈ ਦਾ ਇਹ ਮਿਲਦੇ ਜੁਲਦੇ ਹੁੰਦੇ ਨੇ। ਤੇ ਅੱਗੇ ਚੱਲਦੇ ਹਾਂ, ਹੋਰ ਵਿਖਾਉਂਦੇ ਹਾਂ ਤੁਹਾਨੂੰ ਕੁਛ। ਅੱਛਾ, ਇਹ ਕੀ ਹੈ ਜੀ? ਗੁਲਬਾਸੀ। ਇਹਨੂੰ ਇੱਥੇ ਕਹਿੰਦੇ ਨੇ ਗੁਲਬਾਸੀ। ਹੁਣ ਇਹਨੂੰ ਗੁਲਬਾਸੀ ਕਿਉਂ ਕਹਿੰਦੇ ਨੇ ਇਹ ਤੇ ਅੱਲਾ ਹੀ ਜਾਣੇ, ਲੇਕਿਨ ਬੜਾ ਖੂਬਸੂਰਤ ਜਿਹੜਾ ਨਾ ਇਹ ਵੀ ਪੌਦਾ ਹੈ ਔਰ ਕਾਫੀ ਵੱਡਾ ਹੋ ਜਾਂਦਾ ਹੈ। ਇਹ ਵੀ ਈਂਧਨ ਵਾਸਤੇ ਵੀ ਇਸਤੇਮਾਲ ਹੁੰਦਾ ਹੈ। ਗੁਲਬਾਸੀ ਦਾ ਪੌਦਾ ਵਾ ਜੀ, ਜ਼ਬਰਦਸਤ ਖੂਬਸੂਰਤ ਹੈ। ਇਹ ਜਿਵੇਂ ਘਰਾਂ 'ਚ ਬੋਤਲਾਂ 'ਚ ਲਾਉਂਦੇ ਨੇ ਨਾ ਇੱਕ ਪੌਦਾ, ਸੇਮ ਉਸ ਤਰ੍ਹਾਂ ਦਾ ਗੁਲਬਾਸੀ। ਚਲੋ ਜੀ ਅੱਗੇ ਚੱਲਦੇ ਹਾਂ। ਇਹ ਕਿਹੜਾ ਪੌਦਾ ਹੈ ਜੀ? ਲੇ। ਲੋ ਜੀ, ਇਹ ਪੌਦਾ ਹੈ, ਇਹਨੂੰ ਕਹਿੰਦੇ ਨੇ ਲੇ। ਔਰ ਇਹਦੇ ਉੱਤੇ ਕੰਡੇ ਹੁੰਦੇ ਨੇ ਔਰ ਛੋਟੇ ਛੋਟੇ ਇਹਦੇ ਤੇ ਨਾ ਇੱਕ ਪੋਲੀ। ਅੱਛਾ, ਅਸੀਂ ਆਪਣੇ ਹਿਸਾਬ ਨਾਲ ਦੱਸ ਰਹੇ ਹਾਂ ਬੰਦਿਆਂ ਨੂੰ। ਅੱਛਾ ਲੋ ਜੀ, ਉਹ ਭਾਈਜਾਨ ਨੇ ਸਾਨੂੰ ਦੱਸਿਆ ਕਿ ਇਹਨੂੰ ਕਹਿੰਦੇ ਨੇ ਪੋਲੀ। ਅੱਛਾ, ਇਹ ਮਿਲਦੇ ਜੁਲਦੇ ਹੁੰਦੇ ਨੇ ਮੇਰਾ ਖਿਆਲ। ਅਸੀਂ ਇਹ ਵੀ ਤੁਹਾਨੂੰ ਵਿਖਾਉਂਦੇ ਹਾਂ। ਬਹੁਤ ਖੂਬਸੂਰਤ ਪੌਦਾ ਹੈ ਜੀ ਔਰ ਇਹ ਕਾਫੀ ਸਾਰੇ ਲੱਗੇ ਹੋਏ ਨੇ। ਇਹ ਨਾਲ ਗੰਦਮ ਹੈ ਜਿਹਨੂੰ ਪੰਜਾਬੀ 'ਚ ਕਣਕ ਕਿਹਾ ਜਾਂਦਾ ਹੈ। ਤੇ ਇਹਦੀ ਸ਼ਕਲ ਤੰਬਾਕੂ ਵਰਗੀ ਹੈ। ਹੁਣ ਪਤਾ ਨਹੀਂ ਹੈ ਤੰਬਾਕੂ ਹੈ ਜਾਂ ਨਹੀਂ। ਇਹ ਛੋਟੇ ਛੋਟੇ ਫੁੱਲ ਨੇ, ਬਹੁਤ ਹੀ ਖੂਬਸੂਰਤ। ਇਹ ਸਾਡੇ ਤੋਂ ਜਾਨਵਰ ਜਿਹੜੇ ਨੇ ਨਾ ਉਹ ਗਏ ਨੇ ਤ੍ਰੈ ਮਤਲਬ ਡਰ ਜਾਣਾ। ਉਹ ਡਰ ਗਏ ਨੇ। ਡੰਗਰ ਸਾਡੇ ਤੋਂ ਤ੍ਰੈ ਗਏ ਨੇ। ਤਰਾਣ ਦਾ ਮਤਲਬ ਹੈ ਡਰ ਜਾਣਾ। ਤੇ ਇਹ ਤੁਹਾਨੂੰ ਬੜੀ ਮਜ਼ੇਦਾਰ ਜੀ ਚੀਜ਼ ਵਿਖਾਉਂਦੇ ਆ। ਇਹ ਵੇਖੋ, ਬਰਤਨ ਰੱਖਣ ਦਾ ਬਿਹਤਰੀਨ ਤਰੀਕਾ ਬੇਲੇ ਦੇ ਵਿੱਚ ਵੇਖਿਆ ਹੈ ਕਿ ਇਹ ਪੌਦਾ ਜੀ, ਇਹਦੇ ਉੱਤੇ ਉਹਨਾਂ ਨੇ ਭਾਂਡਾ ਰੱਖਿਆ ਜੇ ਤਾਂ ਕਿ ਭਾਂਡਾ ਜਿਹੜਾ ਨਾ ਉਹ ਕੋਈ ਜਾਨਵਰ ख़राब ना करे। खूबसूरत पंजाब और खूबसूरत अंदाज़। भांडे रखण दा भी बड़ा प्यारा स्टाइल है। ਇਹ ਜਿਹੜੇ ਜਾਨਵਰ ਬੰਨੇ ਹੋਏ ਨੇ ਨਾ, ਇਹ ਜਿਸ ਅੰਦਾਜ਼ ਵਿੱਚ ਬੰਨੇ ਹੋਏ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਬਾਕ। ਇਹਨੂੰ ਬਾਕ ਕਹਿੰਦੇ ਨੇ। ਇਹ ਘੋੜੀ ਬੜੀ ਜ਼ਬਰਦਸਤ ਹੈ ਜੀ, ਨੇੜੇ ਜਾਣ ਦੇਵੇ ਦੀ ਸਾਨੂੰ। ਹੱਥ ਰਹਿ ਕੇ ਨੱਸ ਗਈ ਤਾਂ ਉਹਨਾਂ ਲੱਗ ਸਾਡੇ ਮਗਰ ਜਾਣੇ ਤੇ ਅਸੀਂ ਪਹਿਲਾਂ ਹੀ ਦੂਰ ਰਹੀਏ। ਲੋ ਜੀ, ਖੂਬਸੂਰਤ ਘੋੜੀ ਹੈ। ਮੇਰਾ ਦਿਲ ਕਰ ਰਿਹਾ ਇਹਦੇ ਤੇ ਚੜ੍ਹਾਂ, ਲੇਕਿਨ ਮੇਰੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਇਹ ਘੋੜੀ ਜਿਹੜੀ ਹੈ ਨਾ, ਇਹ ਕੋਈ ਨਵਾਂ ਵੀ ਕੰਮ ਕਰ ਸਕਦੀ ਹੈ। खूबसूरत और बड़ी पली घोड़ी है।
ਤੇ ਇਹ ਸਾਡੇ ਇਸ ਵੀਲੌਗ ਦੀ ਕਾਸਟ ਬੈਠੀ ਹੈ ਸਾਰੀ, ਅਸੀਂ ਇਹਨਾਂ ਕੋਲ ਚੱਲਨੇ ਆ ਤੇ ਇੱਕ ਹੋਰ ਚੀਜ਼ ਤੁਹਾਨੂੰ ਵਿਖਾਣੇ ਆ ਜਿਹਦੇ ਤੇ ਜਾਨਵਰ ਬੰਨੇ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿੱਲਾ। ਇਹ ਕਿੱਲਾ ਜੇ ਜਿਹੜਾ ਜਿਹਦੇ ਉੱਤੇ ਡੰਗਰ ਬੰਨੇ ਜਾਂਦੇ ਨੇ। ਇਹ ਮੇਰੇ ਲਾਹੌਰ ਦੇ ਇੱਕ ਦੋਸਤ ਨੇ, ਉਹ ਖੋਤੀ ਦਾ ਬੜਾ ਜ਼ਿਕਰ ਕਰਦੇ ਨੇ ਤੇ ਤੁਹਾਨੂੰ ਜਨਾਬ ਖੋਤੀ ਵੀ ਵਿਖਾ ਦਿੰਦੇ ਆ। ਇਹ ਖੋਤੀ ਹੈ ਤੇ ਖੋਤੀ ਇਹ ਮੇਰਾ ਖਿਆਲ ਨਸੇਗੀ ਨਹੀਂ, ਹੈ ਸ਼ਰੀਫ ਖੋਤੀ ਹੈ ਕੋਈ ਉੱਤੇ ਆ। ਲੋ ਜੀ ਬੇਲੇ ਜੋ ਕਿ ਜਾਨਵਰ ਹੁੰਦੇ ਨੇ ਤੇ ਮੇਰਾ ਜਿਹੜਾ ਨਾ ਤਰਾ ਨਿਕਲਿਆ ਤੇ ਇਹ ਸਾਰੇ ਇੰਜੋਏ ਕਰ ਰਹੇ ਨੇ। ਤਰਾ ਇਸ ਤਰ੍ਹਾਂ ਨਿਕਲਿਆ, ਤਰਾ ਇਸ ਤਰ੍ਹਾਂ ਨਿਕਲਿਆ, ਤਰਾ ਇਸ ਤਰ੍ਹਾਂ ਨਿਕਲਿਆ ਕਿ ਇਹ ਸੀ ਭੋਲੀ। ਇਹ ਮੈਂ ਤੁਹਾਨੂੰ ਵਿਖਾ ਦਿੰਦਾ ਜਨਾਬ, ਜਿਹਦੇ ਤੋਂ ਮੈਂ ਡਰਿਆ। ਮੈਂ ਗੱਲਾਂ ਕਰਦਾ ਕਰਦਾ ਜਾ ਰਿਹਾ ਸੀ ਤੇ ਇਹ ਜਨਾਬ ਜਿਹੜਾ ਭੋਲੀ ਹੈ ਨਾ, ਇਹ ਮੇਰੇ ਪੈਰਾਂ ਨੂੰ ਇਹਦੇ ਕੰਡੇ ਚੁੱਭੇ ਨੇ। ਮੈਂ ਸਮਝਿਆ ਸੱਪ ਮੇਰੇ ਪੈਰ ਨੂੰ ਪੈ ਗਿਆ ਤੇ ਇਹਨਾਂ ਸਾਰੇ ਲੋਕਾਂ ਨੂੰ ਖੂਬ ਇੰਜੋਏ ਇਹਨਾਂ ਨੇ ਕੀਤਾ। ਅਸੀਂ ਤੁਹਾਨੂੰ ਖੋਤੀ ਵੀ ਖਾਣ ਲੱਗੇ ਸੀ। ਇਹ ਖੋਤੀ ਦੇ ਮੂੰਹ ਦੇ ਉੱਤੇ ਕੀ ਬਣਿਆ ਹੈ ਜੀ? ਇਹ ਕਿਸ ਕੀਤੀ ਕਿਸੇ ਅੱਛਾ ਜੀ, ਖੂਬਸੂਰਤ ਪੰਜਾਬ ਦੀ ਖੋਤੀ ਟੱਕਰ ਨਾ ਮਾਰ ਦੇਵੇ ਸਾਨੂੰ ਕਿਧਰੇ। ਅੱਛਾ, ਇਹ ਤੁਹਾਨੂੰ ਮੈਂ ਸ਼ਹਿਰੀਆਂ ਨੂੰ ਦੱਸਣ ਲੱਗਾ। ਇਹ ਜੇ ਖੋਤੀ, ਇਹਦੇ ਉੱਤੇ ਜਦੋਂ ਪੱਠੇ ਜਾਂ ਚਾਰਾ ਕੋਈ ਚੀਜ਼ ਲੈ ਕੇ ਜਾਣੀ ਹੁੰਦੀ ਤੇ ਪਹਿਲੇ ਇਹਦੇ ਉੱਤੇ ਨਾ ਇਹ ਕਪੜਾ ਰੱਖਦੇ ਨੇ, ਉਹਨੂੰ ਕਹਿੰਦੇ ਨੇ ਝੁੱਲ, ਝੁੱਲ ਪਲਾਣਾ। ਤੇ ਇਹ ਵਾਹਣਾ ਜੇ, ਇਸ ਵਾਹਣੇ ਨੂੰ ਫਿਰ ਉੱਤੇ ਝੁੱਲ ਪਹਿਲਾਂ ਰੱਖੀ ਜਾਂਦੀ ਹੈ ਤਾਂ ਕਿ ਜਾਨਵਰ ਜਿਹੜਾ ਨਾ ਉਹਦੀਆਂ ਹੱਡੀਆਂ ਜਾਂ ਉਹਦਾ ਜਿਹੜਾ ਮਾਸ ਹੈ ਉਹਨੂੰ ਦਰਦ ਨਾ ਹੋਵੇ, ਪੀੜ ਨਾ ਹੋਵੇ। ਫਿਰ ਉੱਤੇ ਇਹ ਵਾਹਣਾ ਰੱਖਿਆ ਜਾਂਦਾ ਔਰ ਵਾਹਣੇ ਦੇ ਉੱਤੇ ਫਿਰ ਪੱਠੇ ਰੱਖ ਕੇ ਜਿੱਥੇ ਲੈ ਕੇ ਜਾਣਾ। ਲੋ ਜੀ, ਮੈਂ ਗੱਲਾਂ ਕਰ ਕਰਕੇ ਤੇ ਗਿਆ ਥੱਕ, ਤੇ ਹੁਣ ਮੈਂ ਕਹਿ ਰਿਹਾ ਸੀ ਕਿ ਜਿਹੜੀ ਬਾਕੀ ਕਾਸਟ ਹੈ ਉਹਨਾਂ ਨਾਲ ਵੀ ਗੱਲ ਕੀਤੀ ਜਾਏ। ਔਰ ਕਾਸਟ ਕਾਫੀ ਦੂਰ ਦੂਰ ਖਲੋਤੀ ਹੈ। ਸਮੀ ਸਾਹਿਬ ਸਾਨੂੰ ਆਪਣਾ ਹੋਰ ਵੀ ਖਾਓ, ਇੱਥੇ ਕੋਈ ਫਸਲਾਂ ਕੋਈ ਹੋਰ ਚੀਜ਼ ਹੈ? ਫਸਲ ਹੋਰ ਵੀ ਨੇ। ਅੱਛਾ, ਮਸਰ ਮਸਰ ਨੇ, ਮਸਰ ਕਰੀਬ ਨੇ ਤੇ ਵਿਖਾ ਦਿਓ ਸਾਨੂੰ। ਚਲੋ ਚਲੀਏ, ਚਲੋ ਜੀ ਚੱਲਨੇ ਆ ਮਸਰਾਂ ਵੱਲ। ਅਸੀਂ ਜੀ ਮਸਰਾਂ ਵੱਲ ਜਾ ਰਹੇ ਹਾਂ ਔਰ ਮਸਰ ਵੇਖਨੇ ਆ ਕਿ ਮਸਰਾਂ ਦੀ ਦਾਲ ਜਿਹੜੀ ਖਾਈ ਜਾਂਦੀ ਹੈ ਉਹ ਬੇਸਿਕਲੀ ਫਸਲ ਹੁੰਦੀ ਕਿਸ ਤਰ੍ਹਾਂ ਦੀ ਹੈ, ਤੇ ਉਹ ਵੇਖਨੇ ਆ ਜਨਾਬ। ਇਹ ਤਾਂ ਨਹੀਂ ਫਸਲ? ਹਾਂ, ਇਹ ਫਸਲ ਇਹ ਹੀ ਫਸਲ ਹੈ ਜੀ। ਲੋ ਜੀ, ਇਹ ਫਸਲ ਹੈ ਮਸਰਾਂ ਦੀ ਤੇ ਤੁਹਾਨੂੰ ਬੂਟਾ ਜਿਹੜਾ ਹੈ ਉਹ ਅੱਛਾ, ਇਹ ਬੁਚੜੀਆਂ। ਚਲੋ, ਅਸੀਂ ਮਸਰ ਵੇਖਣ ਆਏ ਸੀ, ਲੇਕਿਨ ਅੱਗੋਂ ਨਿਕਲ ਆਈਆਂ ਨੇ ਬੁਚੜੀਆਂ, ਜਿਹਨੂੰ ਅਸੀਂ ਪੰਜਾਬੀ ਬੁਚੜੀ ਕਹਿੰਦੇ ਆ। ਵੈਸੇ ਇਹ ਚਨੇ ਜਿਹੜੇ ਨੇ ਨਾ ਕੱਚੇ, ਇਹ ਉਹ ਚਨੇ ਨੇ। ਪਟਾਕਾ ਵੀ ਇਹਦਾ ਨਿਕਲ ਜਾਂਦਾ ਜੇ ਅਗਰ ਇਹਦੇ ਵਿੱਚ ਦਾਣਾ ਨਾ ਹੋਵੇ। ਅੱਛਾ, ਮਸਰ ਦੂਰ ਨੇ, ਮਸਰ ਅੱਗੇ ਨੇ ਮੇਰੇ। ਉਹ ਬੇੜੀ ਵਾਲਾ ਨਸ ਨਾ ਜਾਏ ਕਿਧਰੇ। ਅੱਛਾ, ਲੋ ਜੀ, ਇਹ ਦੋਨੋਂ ਮੈਂ ਖਾ ਕੇ ਵੀ ਵਿਖਾਣਾ। ਇਹ ਕੱਚਾ ਹੈ ਜੇ ਚਨਾ, ਜਿਹਨੂੰ ਲੋਰੀ ਕਹਿੰਦੇ ਨੇ, ਛੋਲੀਆ। ਇਹ ਛੋਲੀਆ ਜਨਾਬ, ਇਹ ਛੋਲੀਆ ਖਾਇਆ ਜਾਂਦਾ। ਇਹ ਵੇਖੋ ਜੀ, ਛੋਲੀਆ ਖਾ ਗਿਆ ਜੇ ਮੈਂ ਵੀ। ਅੱਗੇ ਚੱਲਣਾ ਜੀ ਫਿਰ? ਹਾਂਜੀ ਹਾਂਜੀ, ਚਲੋ। ਫਿਰ ਨਾ ਸਾਨੂੰ ਕੋਈ ਉਹ ਚੀਜ਼ ਕੋ ਕੱਟ ਜਾਏ ਪੈਰੇ 'ਚ, ਵੱਢ ਨਾ ਜਾਏ। ਮੇਰਾ ਖਿਆਲ ਹੈ ਨਾਜ਼ਰੀਨ ਬਹੁਤ ਇੰਜੋਏ ਕਰ ਰਹੇ ਹੋਣਗੇ, ਕਿਉਂਕਿ ਇਹੋ ਜਿਹਾ ਦੇਸੀ ਵਲੌਗ ਜਿਹੜਾ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਇਹੋ ਜਿਹਾ ਵੇਖਿਆ ਜਾਂ ਨਹੀਂ। ਸਾਡੀਆਂ ਲੱਤਾਂ ਦਾ ਭੈੜਾ ਹਾਲ ਹੈ। ਚੱਪਲਾਂ ਅਸੀਂ ਪਾਈਆਂ ਨੇ ਕਿਉਂਕਿ ਅਸੀਂ ਥੱਲੋਂ ਤੁਹਾਨੂੰ ਵਿਖਾ ਨਹੀਂ ਰਹੇ। ਬੇਲੇ ਦੇ ਵਿੱਚ ਚੱਲਣ ਵਾਸਤੇ ਜਿਹੜਾ ਤੁਸੀਂ ਅੱਛੀ ਜੁੱਤੀ ਨਹੀਂ ਪਾ ਸਕਦੇ, ਕਿਉਂਕਿ ਇੱਥੇ ਜੁੱਤੀਆਂ ਖਰਾਬ ਹੋ ਜਾਂਦੀਆਂ ਨੇ। ਇਸ ਵਾਸਤੇ ਚੱਪਲਾਂ ਚੁੱਪਲਾਂ ਪਾਈਆਂ ਨੇ ਤੇ ਇੰਜੋਏ ਕਰ ਰਹੇ। ਅੱਛਾ, ਬੜਾ ਇਹ ਟੇਸਟੀ ਹੈ ਜਿਹੜਾ ਕੱਚਾ ਚਨਾ ਹੈ ਨਾ, ਬਹੁਤ ਟੇਸਟੀ ਹੈ। ਇਹ ਸਮੀ ਸਾਹਿਬ ਤੁਹਾਡੇ ਹੀ ਹੈ? ਆਪਣੀ ਨਹੀਂ ਆਇਆ, ਇਹ ਆਪਣਾ ਵਾਕਈ ਹੈ? ਆਪਣੀ ਹੈ, ਚਾਚੂ ਹੋਰੀ ਦਾ। ਅੱਛਾ, ਚਾਚੂ ਹੋਰਾਂ ਦੇ। ਆਪਣੀ ਫਿਰ ਸਹੀ ਹੈ। ਸਮੀ ਸਾਹਿਬ ਦੇ ਚਾਚੂ ਨੇ ਇਹ ਚਨੇ ਉਹਨਾਂ ਨੇ ਲਾਏ ਹੋਏ ਨੇ। ਅੱਛਾ, ਮਸਰ ਮਿਲ ਗਏ ਨੇ ਜੀ? ਮਸਰ ਹੀ ਨਹੀਂ ਕਿਹੜੇ ਹਾਲ ਇਹ ਮਸਰ ਕਿੱਥੇ ਜੀ? ਫੈਸਲ ਨੂੰ ਮੇਰਾ ਖਿਆਲ ਹੈ ਜ਼ਿਆਦਾ ਜਿਹੜਾ ਨਾ ਮੀਟਰਾਂ ਦਾ ਪਤਾ ਹੈ, ਮੀਟਰਾਂ ਦਾ ਜ਼ਿਆਦਾ ਪਤਾ ਹੈ, ਫਸਲਾਂ ਦਾ ਨਹੀਂ। ਜ਼ੋਇਬ ਕੋਈ ਚੀਜ਼ ਖਾਣ ਲੱਗਾ ਹੈ। ਇਹ ਕੀ ਪੁੱਟਿਆ ਜੀ? ਇਹ ਚਨੇ ਹੀ ਚਨੇ ਨੇ। ਅੱਛਾ, ਚਲੋ ਫਿਰ ਰਹਿਣ ਦਿੰਦੇ ਹਾਂ। ਮਸਰ ਰਹਿਣ ਦੇ ਯਾਰ, ਚਣਿਆਂ ਤੇ। ਲਓ ਜੀ, ਮਸਰ ਕਾਫੀ ਦੂਰ ਨੇ, ਉਹ ਅੱਗੇ ਨਜ਼ਰ ਆ ਰਹੇ ਨੇ ਤੇ ਅਸੀਂ ਉੱਥੇ ਫਿਰ ਜਾਂਦੇ ਨਹੀਂ ਕਿਉਂਕਿ ਕਾਫੀ ਦੂਰ ਹੈ। ਫਿਰ ਸ਼ਾਮ ਵੀ ਹੋ ਰਹੀ ਹੈ। ਸਾਡਾ ਜਿਹੜਾ ਕਸ਼ਤੀ ਵਾਲਾ ਹੈ ਉਹ ਸਾਡਾ ਇੰਤਜ਼ਾਰ ਕਰ ਰਿਹਾ ਹੈ। ਕਮਾਲ ਹੋ ਰਿਹਾ, ਕੈਸਾ ਰਿਜ਼ਲਟ ਆਇਆ? ਬਹੁਤ ਜ਼ਬਰਦਸਤ। ਵਾਲ ਵੂਲ ਸਿੱਧੇ ਕਰ
ਬੇਲੇ 'ਚ ਟੁਰ ਕੇ ਮੰਜੀ ਫੇਰ ਹੱਲਣ ਲੱਗੀ ਜੇ ਬੇਲੇ ਟੁਰ ਕੇ ਮੰਜੀ ਬੇਲੇ 'ਚ ਟੁਰ ਕੇ ਅਸੀਂ ਗਏ ਆ ਥੱਕ ਤੇ ਥੱਕਣ ਤੋਂ ਬਾਅਦ ਅਸੀਂ ਇੱਕ ਹੀ ਸਾਨੂੰ ਮੰਜੀ ਜਿਹੜੀ ਇੱਥੇ ਦਸਤਿਆਬ ਸੀ ਤੇ ਅਸੀਂ ਉਸ ਮੰਜੀ ਤੇ ਬਹਿ ਗਏ ਆ ਔਰ ਮੰਜੀ ਜਿਹੜੀ ਹੁੰਦੀ ਹੈ ਨਾ ਪੰਜਾਬ ਦੀ ਬੜੀ ਇੱਕ ਖਾਸ ਚੀਜ਼ ਹੈ ਜਿਹਦੇ ਨਾਲ ਤੁਹਾਡੀ ਥਕਾਵਟ ਜਿਹੜੀ ਹੈ ਨਾ ਉਤਰ ਜਾਂਦੀ। ਪੰਜਾਬੀ ਕਹਿੰਦੇ ਨੇ ਥਕੇੜਾ ਹਾਂਜੀ ਉਹ ਥਕੇੜਾ ਜਿਹੜਾ ਹੈ ਨਾ ਅੱਛਾ ਥਕੇੜੇ ਦੇ ਦਰਮਿਆਨ ਮੈਨੂੰ ਯਾਦ ਆਇਆ ਇਹ ਜਿਹੜੀ ਆਵਾਜ਼ ਆ ਰਹੀ ਹੈ ਬਟੇਰੇ ਦੀ ਥਕੇੜੇ ਤੋਂ ਬਟੇਰਾ ਹਾਂਜੀ ਅੱਛਾ ਅੱਛਾ ਬਟੇਰੇ ਵੀ ਇੱਥੇ ਕਿਸੇ ਦੌਰ 'ਚ ਜਿਹੜੇ ਨੇ ਅਸੀਂ ਬੜੇ ਫੜਦੇ ਹੁੰਦੇ ਸੀ ਲੇਕਿਨ ਹੁਣ ਤੇ ਖੈਰ ਥਕੇੜਾ ਜਦੋਂ ਸਾਨੂੰ ਚੜਿਆ ਤੇ ਫਿਰ ਅਸੀਂ ਉਹਨੂੰ ਲੈਣ ਵਾਸਤੇ ਬਹਿ ਗਏ ਮੰਜੀ ਤੇ ਜਨਾਬ ਕੀ ਸੂਰਤ ਹਾਲ ਹੈ ਕੈਸਾ ਲੱਗਿਆ ਅੱਜ ਤੁਹਾਨੂੰ ਬੜੇ ਅਰਸੇ ਬਾਅਦ ਮੇਰਾ ਖਿਆਲ ਬੇਲੇ 'ਚ ਆਏ ਹੋ ਕਾਫੀ ਅਰਸੇ ਬਾਅਦ ਆਏ ਹੋ ਬੇਲੇ ਨਾਲ ਤੁਹਾਡੀ ਕੋਈ ਯਾਦ ਵਬਸਤਾ ਹੋਵੇ ਕੋਈ ਗੱਲਬਾਤ ਕੋਈ ਦੱਸੋ ਕੋਈ ਕਦੀ ਮੱਝਾਂ ਚਰਾਈਆਂ ਹੁਣ ਕਿਉਂਕਿ ਇੱਥੋਂ ਲਹਿੰਦੇ ਪਾਸੇ ਹੈ ਵੇ ਆਪਣਾ ਰਾਂਝੇ ਦਾ ਉਹ ਮਹਿਮੂਦਪੁਰ ਰਾਂਝੇ ਦਾ ਨਹੀਂ ਉਹ ਤਖਤ ਹਜ਼ਾਰਾ ਜਿਹੜੇ ਨਾ ਜੀ ਰਾਂਝਾ ਹੀਰ ਰਾਂਝਾ ਪਿੱਛੇ ਕਰ ਗਈ ਅੱਛਾ ਦੋਇਬ ਕਹਿ ਰਿਹਾ ਜਨਾਬ ਤਖਤ ਹਜ਼ਾਰਾ ਕਰੀਬ ਹੀ ਮੈਂ ਤੁਹਾਨੂੰ ਲੋਕੇਸ਼ਨ ਦੱਸ ਦੇਣਾ ਕਿ ਅਸੀਂ ਇਸ ਵਕਤ ਦਰਿਆ ਚਨਾਬ ਦੇ ਬੇਲੇ ਚ ਕਾਦਰਾਬਾਦ ਔਰ ਸਿਆਲ ਮੋੜ ਦੇ ਦਰਮਿਆਨ ਵਿੱਚ ਏਰੀਆ ਹਾਫਜ਼ਾਬਾਦ ਦਾ ਏਰੀਆ ਸਾਡੇ ਸਾਹਮਣੇ ਜਿਹੜਾ ਕਿਹੜਾ ਪਿੰਡ ਹੈ ਸਮੀ ਸਾਹਿਬ ਭੈਰੋਵਾਲ ਪਿੰਡ ਹੈ ਮੰਡੀ ਬਾਉਦੀਨ ਦਾ ਇਲਾਕਾ ਹੈ ਔਰ ਅਸੀਂ ਹਾਫਜ਼ਾਬਾਦ ਦੀ ਹਦੂਦ ਵਿੱਚ ਹਾਂ ਔਰ ਤਖਤ ਹਜ਼ਾਰਾ ਔਰ ਸੋਹਣੀ ਦਾ ਜਿਹੜਾ ਹੈ ਵੇ ਸ਼ਹਿਰ ਗੁਜਰਾਤ ਉਹ ਦੋ ਮੁਹੱਬਤ ਕਰਨ ਵਾਲੇ ਜਿਹੜੇ ਜੀ ਹੋਏ ਨੇ ਗੁਜ਼ਰੇ ਨੇ ਹਾਂਜੀ ਉਹਨਾਂ ਦੀ ਜਿਹੜੀ ਧਰਤੀ ਅਸੀਂ ਉੱਥੇ ਬੈਠੇ ਆ ਤੇ ਕੋਈ ਮੁਹੱਬਤ ਬੜੀ ਗੱਲ ਕਰੋ ਤੁਸੀਂ ਵੀ ਇਹ ਮੰਜੀ ਵੀ ਉਹਨਾਂ ਦੀ ਵੇਖੋ ਇਹ ਮੁਹੱਬਤਾਂ ਤੇ ਇਹ ਮੁਸਕਰਾਹਟਾਂ ਅਸਲ ਵਿੱਚ ਉਹ ਜਿਹੜੀ ਜੁਗੀ ਹੈ ਨਾ ਹਾਂਜੀ ਇਹ ਉਹ ਸਪਾਈ ਸੀ ਉਹ ਸਪਾਈ ਸੀ ਉਹ ਜਿਹੜਾ ਕੀ ਰਾਂਝਾ ਮਹੀਵਾਲ ਨੇ ਇਹ ਮੰਜੀ ਹੁੰਦੀ ਹੈ ਅੱਛਾ ਹਾਂਜੀ ਤੇ ਉਦੋਂ ਦੀ ਇੱਥੇ ਹੀ ਪਈ ਆਪ ਚੋਦਾ ਚੱਲ ਗਈ ਕਿੰਨੀ ਖੂਬਸੂਰਤ ਇਹਨਾਂ ਨੇ ਗੱਲ ਕੀਤੀ ਹੈ ਕਿ ਜਨਾਬ ਇਹ ਮੰਜੀ ਅਜੇ ਤੱਕ ਇੱਥੇ ਪਈ ਹੋਈ ਹੈ ਕਿੰਨੇ ਸਾਲ ਹੋ ਗਏ ਨੇ ਤੇ ਐਵੇਂ ਪਈ ਰਹਿਣਾ ਇਹ ਅਜਾਇਬ ਘਰ ਵਾਲਿਆਂ ਨੂੰ ਕਿਉਂ ਨਹੀਂ ਮਿਲੀ ਇਹ ਉਹਨਾਂ ਇੱਕ ਨਮੂਨਾ ਛੱਡਿਆ ਮੁਹੱਬਤ ਕਰਨ ਵਾਲਿਆਂ ਵਾਸਤੇ ਇਹ ਨਿਸ਼ਾਨੀ ਹੈ ਠੀਕ ਹੈ ਜ਼ੁਹੈਬ ਸਾਹਿਬ ਦੇ ਤਾਸੁਰਾਤ ਲੈਣੇ ਆ ਸ਼ਾਮ ਹੋ ਰਹੀ ਹੈ ਸ਼ਾਮ ਤੋਂ ਪਹਿਲਾਂ ਕਿ ਅੱਜ ਕੈਸਾ ਲੱਗ ਰਿਹਾ ਬੜੇ ਅਰਸੇ ਬਾਅਦ ਮੈਂ ਤੇ ਬੇਲੇ ਚ ਆਇਆ ਤੁਹਾਨੂੰ ਕਿੰਨਾ ਕੁ ਅਰਸਾ ਹੋ ਗਿਆ ਇਹ ਰੋਜ਼ ਆਉਂਦਾ ਅਰਸਾ ਤਾਂ ਮੈਨੂੰ ਵੀ ਬੜਾ ਹੋ ਗਿਆ ਤਕਰੀਬਨ ਕਮ ਸੇ ਕਮ 2-3 ਸਾਲ ਬਾਅਦ 2-3 ਸਾਲ ਬਾਅਦ ਵਾਹ ਇੰਜ ਜਿਵੇਂ ਬੇਲਾ ਹੈ ਨਾ ਬੇਲੇ ਦੇ ਅੰਦਰ ਮੈਨੂੰ ਤਾਂ ਵੈਸੇ ਕਿੰਨੇ ਸਾਲ ਹੀ ਹੋ ਗਏ ਨੇ ਆਇਆ ਤੇ ਸਮੀ ਸਾਹਿਬ ਨੂੰ ਜਿਹੜਾ ਨਾ ਇਹ ਟੀਕਾ ਨਾ ਲਾ ਇਹ ਜਿਹੜਾ ਟੀਕਾ ਸੀ ਨਾ ਜਨਾਬ ਸ਼ਰਾਰਤ ਪਿੱਛੇ ਹੋਈ ਏ ਇਹ ਟੀਕਾ ਮੱਝਾਂ ਨੂੰ ਲਾਇਆ ਜਾਂਦਾ ਹੈ ਦੁੱਧ ਵਾਸਤੇ ਕਿਉਂਕਿ ਪਹਿਲਾਂ ਹੁੰਦਾ ਸੀ ਦੁੱਧ ਵਾਸਤੇ ਉਹਦੇ ਥੱਲੇ ਫਲ ਛੱਡਦੇ ਸੀ ਤੇ ਜਾਂ ਫਿਰ ਬਾੜਾ ਪਾਣਾ ਤੇ ਹੁਣ ਜਿਹੜਾ ਕਿਸਾਨ ਹੈ ਜਿਹੜਾ ਮਵੇਸ਼ੀ ਪਾਲ ਬੰਦਾ ਹੈ ਉਹ ਹੋ ਗਿਆ ਸ਼ਾਰਟ ਟਰਮ ਉਹਨਾਂ ਨੇ ਇਖਤਿਆਰ ਕੀਤੀਆਂ ਨੇ ਉਹ ਟੀਕਾ ਇੰਜ ਲਾਉਂਦੇ ਨੇ ਤੇ ਉਸ ਤੋਂ ਬਾਅਦ ਅਗਲੇ 5 ਮਿੰਟ ਬਾਅਦ ਦੁੱਧ ਜਿਹੜਾ ਥੱਲੇ ਆ ਜਾਂਦਾ ਹੈ ਤੇ ਉਹਨਾਂ ਨੇ ਬੜੀ ਖੌਫਨਾਕ ਸ਼ਰਾਰਤ ਕੀਤੀ ਅਗਰ ਟੀਕਾ ਤੁਹਾਨੂੰ ਲੱਗ ਜਾਂਦਾ ਤੇ ਫਿਰ ਅੱਛਾ ਸਮੀ ਸਾਹਿਬ ਦੇ ਤਾਸੁਰਾਤ ਲਵੋ ਮਾਈਕ ਪਿੱਛੇ ਦਿਓ ਜੀ ਜਨਾਬ ਸਭ ਤੋਂ ਪਹਿਲਾਂ ਤੇ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਨੇ ਆ ਕਿ ਤੁਸੀਂ ਸਾਨੂੰ ਬੜੀ ਮੇਜ਼ਬਾਨੀ ਸਾਡੀ ਕੀਤੀ ਇਸ ਬੇਲੇ ਦੇ ਵਿੱਚ ਔਰ ਸਾਨੂੰ ਤੁਸੀਂ ਜਨਾਬ ਕੱਚੇ ਚਨੇ ਸਮੀ ਸਾਹਿਬ ਨੂੰ ਜਗ੍ਹਾ ਦਿਓ ਜੀ ਮੇਜ਼ਬਾਨ ਨੇ ਸਾਡੇ ਲਈ ਖੜੀ ਕਰ ਦਿੱਤਾ ਉਹਨਾਂ ਨੇ ਇਹ ਨਾਜ਼ਰੀਨ ਸਾਡੇ ਮੇਜ਼ਬਾਨ ਨੇ ਇਸ ਬੇਲੇ 'ਚ ਔਰ ਬੜੀ ਖੂਬਸੂਰਤ ਜਗ੍ਹਾ ਹੈ ਤੇ ਤੁਸੀਂ ਇੱਥੇ ਰੋਜ਼ਾਨਾ ਹੀ ਆਉਂਦੇ ਜੇ ਹਾਂ ਰੋਜ਼ਾਨਾ ਡੇਲੀ ਰੂਟੀਨ ਹੀ ਹੈ ਅੱਛਾ ਰੂਟੀਨ ਤੁਹਾਡੀ ਹੈ ਜ਼ਾਹਿਰ ਮੱਝਾਂ ਵੀ ਤੁਹਾਡੇ ਪਿੱਛੇ ਘੋੜੀ ਔਰ ਸਾਰਾ ਸਿਸਟਮ ਤੁਹਾਡਾ ਇੱਥੇ ਬੜਾ ਵੈਸੇ ਅਸੀਂ ਪਤਾ ਨਹੀਂ ਕਦੀ ਆਨੇ ਇਸ ਤੋਂ ਅੱਛਾ ਲੱਗ ਰਿਹਾ ਹੈ ਇਹ ਲਾਈਫ ਆਸਾਨ ਹੈ ਜਾਂ ਮੁਸ਼ਕਿਲ ਹੈ ਮੱਛਰ ਤੇ ਕੱਟਦਾ ਹੋਵੇਗਾ ਤੁਹਾਨੂੰ ਹਾਂ ਮੱਛਰ ਜ਼ਿਆਦਾ ਹੁੰਦਾ ਹੈ ਅੱਛਾ ਮੱਛਰ ਜ਼ਿਆਦਾ ਹੁੰਦਾ ਹੈ ਚਲੋ ਤੇ ਫਿਰ ਉਹਦਾ ਕਿਸ ਤਰ੍ਹਾਂ ਮੁਕਾਬਲਾ ਕਰਦੇ ਹੋ ਮੁਕਾਬਲਾ ਇਹ ਹੀ ਹੈ ਕਿ ਮੱਛਰਦਾਨੀਆਂ ਲਾ ਕੇ ਅੱਛਾ ਮੱਛਰਦਾਨੀ ਲਾ ਕੇ ਤੇ ਗੁਜ਼ਾਰਾ ਕਰ ਰਹੇ ਹੋ ਬਹਰਹਾਲ ਜੀ ਬੜੀ ਇਹ ਕਿਸਾਨ ਜਿਹੜਾ ਪੰਜਾਬ ਦਾ ਹੈ ਉਹਦੀ ਬੜੀ ਹਿੰਮਤ ਹੈ ਕਿ ਉਹ ਲੋਕਾਂ ਨੂੰ ਜਿਹੜਾ ਇਹ ਚੀਜ਼ਾਂ ਉਗਾ ਕੇ ਦੇਣ ਵਾਸਤੇ ਆਪਣੇ ਆਪ ਨੂੰ ਮੁਸੀਬਤ ਵਿੱਚ ਪਾਈ ਰੱਖਦਾ ਕੀ ਖਿਆਲ ਹੈ ਜੀ ਬਿਲਕੁਲ ਹਾਂ ਇਹ ਕੋਈ ਚਿੱਟੀ ਜਿਹੀ ਚੀਜ਼ ਹੈ ਦਾਗਾ ਬਹਰਹਾਲ ਜੀ ਦਾਗਾ ਵੀ ਜਿਹੜਾ ਤਿਆਰ ਹੁੰਦਾ ਹੈ ਨਾ ਉਹ ਵੀ ਬੇਸਿਕਲੀ ਉਹਦੇ ਪਿੱਛੇ ਕਿਸਾਨ ਦੇ ਹੱਥ ਹੈ ਬਿਲਕੁਲ ਕਿਸ ਤਰ੍ਹਾਂ ਬੜਾ ਕਪਾਸ ਜਿਹੜੀ ਉਹ ਵੀ ਕਿਸਾਨ ਉਗਾਉਂਦਾ ਹੈ ਔਰ ਫਿਰ ਇੰਨੇ ਖੂਬਸੂਰਤ ਅਸੀਂ ਕੱਪੜੇ ਪਾਉਂਦੇ ਹਾਂ ਉਹਨਾਂ ਨੇ ਪਾਏ ਨੇ ਇਹਨਾਂ ਨੇ ਪਾਏ ਨੇ ਮੈਂ ਪਾਏ ਨੇ ਤੇ ਕਿਸਾਨ ਹੀ ਕਿਸਾਨ ਹਰ ਪਾਸੇ ਅਸੀਂ ਤਾਂ ਉਹਨਾਂ ਨੂੰ ਸਮੀ ਸਾਹਿਬ ਖਰਾਜੇ ਤਹਿਸੀਨ ਪੇਸ਼ ਕਰਨੇ ਆ ਕਿਸਾਨਾਂ ਨੂੰ ਔਰ ਸਾਡੇ ਖੁਦ ਵੀ ਜ਼ਾਹਿਰ ਫੈਮਿਲੀ ਕਿਸਾਨਾਂ ਦੀ ਤੇ ਬੜਾ ਅੱਛਾ ਲੱਗਦਾ ਜਦੋਂ ਮਿਹਨਤ ਕਰਕੇ ਤੇ ਫਿਰ ਬਾਕੀ ਸਹਾਈ ਦੁਨੀਆ ਨੂੰ ਖਵਾ ਪਿਲਾ ਰਹੇ ਹੁੰਦੇ ਨੇ ਤੇ ਰਜ਼ਵਾਨ ਲੱਗਦਾ ਗਿਆ ਪਿੱਛੇ ਹਟ ਗਏ ਰਜ਼ਵਾਨ ਸਾਹਿਬ ਫ੍ਰੀਲਾਂਸਰ ਨੇ ਬੜੇ ਅੱਛੇ ਅਸੀਂ ਇਹਨਾਂ ਨਾਲ ਵੀਲੌਗ ਵੀ ਕੀਤਾ
ਤੇ ਉਹ ਜ਼ਿਆਦਾ ਆਨਲਾਈਨ ਹੀ ਰਹਿੰਦੇ ਨੇ। ਬਹਰਹਾਲ ਕੋਈ ਗੱਲਬਾਤ ਕਰੋਗੇ ਸਾਡੇ ਨਾਲ? ਆ ਜਾਓ। ਅੱਜ ਨਹੀਂ, ਉਹ ਕਹਿੰਦੇ ਮੈਂ ਕੱਲ ਕਾਫੀ ਗੱਲ ਕੀਤੀ, ਅਸੀਂ ਪੂਰਾ ਵਲੌਗ ਰਿਕਾਰਡ ਕੀਤਾ ਸੀ। ਨਾਜ਼ਰੀਨ ਅਸੀਂ ਗੱਲਾਂ ਇੱਧਰ ਉੱਧਰ ਦੀਆਂ ਮਾਰ ਰਹੇ ਹਾਂ, ਤੁਸੀਂ ਹੋ ਰਹੇ ਹੋਣੇ ਬੋਰ, ਤੇ ਸਾਨੂੰ ਦਿਓ ਇਜਾਜ਼ਤ। ਅਸੀਂ ਹੁਣ ਬੇੜੀ ਸਾਡੀ ਆ ਗਈ ਹੈ, ਬੇੜੀ ਦਾ ਸ਼ਾਟ ਪਹਿਲੇ ਤੁਸੀਂ ਵੇਖ ਲਿਆ ਨੇ, ਤੇ ਸਾਨੂੰ ਹੁਣ ਇੱਥੇ ਇਜਾਜ਼ਤ ਦੇ ਦਿਓ ਇਸ ਮੰਜੀ ਤੋਂ ਹੀ, ਤੇ ਇਨਸ਼ਾਅੱਲਾ ਅਸੀਂ ਫਿਰ ਕੋਈ ਇਹੋ ਜਿਹਾ ਦਿਲਚਸਪ ਵਲੌਗ ਲੈ ਕੇ ਆਵਾਂਗੇ। ਆਪਣਾ ਖਿਆਲ ਰੱਖੋ, ਆਪਣੇ ਘਰ ਵਾਲਿਆਂ ਦਾ ਤੇ ਆਪਣੇ ਦੋਸਤਾਂ ਦਾ। ਰਾਏ ਦਾ ਇਜ਼ਹਾਰ ਜ਼ਰੂਰ ਕਰਨਾ।